देखो पहले तो मैं सरदार बराड़ साहब का बहुत बहुत धन्यवाद करदा कि जिन्होंने मैनू इन्ना प्यार बख्शिया, साडे परिवार नू इन्ना प्यार बख्शिया, एक परिवार की तरह घर च बैठ के ਜਿਹੜੀਆਂ भी साडे मन मुटाव सीगे, छोटिया मोटिया गलत फहमियां सीगियां सारियां दूर होईयां। अज तक कोई प्रैशर नहीं सिया ते हुण तां सवाल ही नहीं पैदा हुंदा। जिथे खड़े हैं डट के खड़े हैं, बाई जी नाल शुरू तो चल रहे हैं। छोटिया मोटिया गलत फहमियां सीगियां, गलत बंदियां दी सलाह दे नाल इह जिहा गलत काम हो गया। गलत फहमियां करके उधर चले जाना, उन्हों का प्रैशर पै जाना, आके बह जाना भी हाँ जी तुहानू भी नाल लैके जाना है। असी जिन्हां नाल असी इन्ने लंबे समय तो विचर रहे हैं, इकट्ठे बह रहे हैं, खा रहे हैं, पी रहे हैं, ये वो गल्लां हो जांदियां। उन्हां दा थोड़ा जिहा माइंड ते ਉਹ ਹੋ ਗਿਆ ਸੀਗਾ। ਸਲੈਸ਼ ਸਾਹਿਬ ਤੁਹਾਡੇ ਵੱਲੋਂ ਨਾ ਐਮਐਲਏ ਸਾਹਿਬ ਦੀ ਤਾਰੀਫ ਦੇ ਵਿੱਚ ਕਾਫੀ ਲੰਬੇ ਲੰਬੇ ਪੁੱਲ ਬੰਨੇ ਗਏ ਸੀਗੇ, ਉਹ ਤੁਹਾਡੇ ਤੋਂ ਬੁਲਵਾਇਆ ਗਿਆ ਸੀ ਜਾਂ ਤੁਸੀਂ ਆਪ ਪ੍ਰਭਾਵਿਤ ਉਹਨਾਂ ਦੇ ਕੰਮਾਂ? ਦੇਖੋ ਐਦਾਂ ਲੰਬੇ ਲੰਬੇ ਪੁੱਲ ਤਾਂ ਕਹਿਣ ਦੀਆਂ ਗੱਲਾਂ ਨੇ, ਤੁਸੀਂ ਮੇਰੀ ਵੀਡੀਓ ਕੱਢ ਕੇ ਦੇਖ ਲਓ ਜੇ ਮੈਂ ਕੋਈ ਐਦਾਂ ਦੀ ਗੱਲ ਕਹੀ ਹੋਵੇ। ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਦਾ ਦਿਨ ਨੇੜੇ ਆ ਰਿਹਾ, ਉਵੇਂ ਹੀ ਹਰ ਪਾਰਟੀ ਦੀ ਅਤੇ ਉਮੀਦਵਾਰਾਂ ਦੀਆਂ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਨੇ ਅਤੇ ਇਸੇ ਨੂੰ ਵੇਖਦੇ ਹੋਏ ਹਰ ਉਮੀਦਵਾਰ ਦੂਸਰੀ ਪਾਰਟੀ ਦੇ ਸਮਰਥਕਾਂ ਤੇ ਡੋਰੇ ਪਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਪਿਛਲੇ ਦਿਨੀ ਜਦੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਨੇ ਅਕਾਲੀ ਦਲ ਦੇ ਟਕਸਾਲੀ ਪਰਿਵਾਰ ਸਿਮਰਜੀਤ ਸਿੰਘ ਸਲੈਚ ਨੂੰ ਕਾਂਗਰਸ ਦੇ ਵਿੱਚ ਸ਼ਾਮਿਲ ਕਰਵਾ ਦਿੱਤਾ ਸੀ। ਇੰਨਾ ਹੀ ਨਹੀਂ, ਸਰਦਾਰ ਸਿਮਰਜੀਤ ਸਿੰਘ ਸਲੈਚ ਦੇ ਵੱਲੋਂ ਕਾਂਗਰਸ ਪਾਰਟੀ ਦੇ ਵਿੱਚ ਜਾਣ ਤੋਂ ਬਾਅਦ ਖੁਸ਼ੀ ਵੀ ਜਤਾਈ ਗਈ ਸੀ ਤੇ ਅੱਜ ਕਾਂਗਰਸ ਪਾਰਟੀ ਨੂੰ ਉਸ ਸਮੇਂ ਬੜਾ ਧੱਕਾ ਲੱਗਿਆ ਜਦੋਂ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਰਦਾਰ ਸਿਮਰਜੀਤ ਸਿੰਘ ਸਲੈਚ ਨੇ ਦੁਬਾਰਾ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਕੇ ਸਰਦਾਰ ਚਰਨਜੀਤ ਸਿੰਘ ਬਰਾੜ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਤੇ ਨਿਊਜ਼ 89 ਪੰਜਾਬ ਦੇ ਮੁੱਖ ਸੰਪਾਦਕ ਸੰਦੀਪ ਚੌਧਰੀ ਦੇ ਵੱਲੋਂ ਜਿੱਥੇ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਦੇ ਨਾਲ ਗੱਲਬਾਤ ਕੀਤੀ ਗਈ, ਉੱਥੇ ਹੀ ਕੀ ਕੁਝ ਕਹਿਣਾ ਸੀ ਦੁਬਾਰਾ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਸਰਦਾਰ ਸਿਮਰਜੀਤ ਸਿੰਘ ਸਲੈਚ ਦਾ, ਆਓ ਸੁਣਦੇ ਹਾਂ। ਚੋਣਾਂ ਦਾ ਮਾਹੌਲ ਹੈ, ਆਇਆ ਰਾਮ ਗਿਆ ਰਾਮ ਦੀ ਸਥਿਤੀ ਜਿਹੜੀ ਹੈ ਬਣੀ ਹੋਈ ਹੈ, ਲੇਕਿਨ ਉਮੀਦਵਾਰ ਨੂੰ ਉਸ ਟਾਈਮ ਬੜਾ ਦੁੱਖ ਲੱਗਦਾ ਹੈ ਜਦ ਉਹਨਾਂ ਦੀਆਂ ਸੱਜੀਆਂ ਖੱਬੀਆਂ ਬਾਵਾਂ ਜਿਹੜੀਆਂ ਹੈ ਕਿਸੇ ਦੀ ਗੱਲਾਂ ਦੇ ਵਿੱਚ ਆ ਕੇ ਆਪਣੀ ਪਾਰਟੀ ਛੱਡ ਜਾਂਦੀਆਂ। ਲੇਕਿਨ ਕੁਝ ਇਹੋ ਜਿਹਾ ਹੀ ਦੇਖਣ ਨੂੰ ਮਿਲਿਆ ਸਿਮਰਨਜੀਤ ਸਿੰਘ ਸਲੈਸ਼ ਜਿਨ੍ਹਾਂ ਦਾ ਟਕਸਾਲੀ ਪਰਿਵਾਰ ਹੈ ਅਕਾਲੀ, ਤੇ ਕੁਝ ਦਿਨ ਪਹਿਲਾਂ ਉਹ ਕਾਂਗਰਸ ਪਾਰਟੀ ਦੇ ਵਿੱਚ ਚਲੇ ਗਏ ਸੀ। ਲੇਕਿਨ ਹੁਣ ਜਦ ਚਰਨਜੀਤ ਸਿੰਘ ਬਰਾੜ ਦੀ ਚੋਣ ਮੁਹਿੰਮ ਨੂੰ ਬੜਾ ਬਲ ਮਿਲਿਆ, ਜਦ ਉਹਨਾਂ ਵੱਲੋਂ ਸਿਮਰਨਜੀਤ ਸਿੰਘ ਸਲੈਚ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਤੇ ਕਿਹੜੀਆਂ ਗੱਲਾਂ ਸੀਗੀਆਂ ਜਿਸ ਨੂੰ ਲੈ ਕੇ ਸਿਮਰਨਜੀਤ ਸਿੰਘ ਸਲੈਚ ਦਾ ਪਰਿਵਾਰ ਜਿਹੜਾ ਟਕਸਾਲੀ ਅਕਾਲੀ ਹੈਗਾ, ਸ਼ੁਰੂ ਤੋਂ ਅਕਾਲੀ ਪਰਿਵਾਰ ਇਹ ਜਿਹੜਾ ਹੈਗਾ ਅਕਾਲੀ ਦਲ ਦੇ ਨਾਲ ਹੈ, ਕਿਉਂ ਇਹ ਚਲੇ ਗਏ ਸੀਗੇ ਤੇ ਹੁਣ ਇਹ ਦੁਬਾਰਾ ਜਿਹੜਾ ਹੈ ਚਰਨਜੀਤ ਸਿੰਘ ਬਰਾੜ ਦੀ ਚੋਣ ਮੁਹਿੰਮ ਨੂੰ ਅੱਗੇ ਵਧਾਉਣ ਵਾਸਤੇ ਇਹਨਾਂ ਦੇ ਨਾਲ ਦੁਬਾਰਾ ਤੁਸੀਂ ਦੇਖ ਸਕਦੇ ਹੋ ਇਹ ਟੀਮ ਪੂਰੀ ਖੜੀ ਹੈ। ਤੇ ਮੈਂ ਪਹਿਲਾਂ ਤਾਂ ਚਰਨਜੀਤ ਸਿੰਘ ਬਰਾੜ ਨੂੰ ਹੀ ਪੁੱਛਾਂਗਾ ਕਿ ਇਹ ਕਿਸ ਤਰ੍ਹਾਂ, ਇਹ ਕਿਉਂ ਇਹੋ ਜਿਹਾ ਸਿਲਸਿਲਾ ਚੱਲ ਰਿਹਾ ਹੈ ਆਪਣੇ ਸ਼ਹਿਰ ਦੇ ਵਿੱਚ, ਕੀ ਕਹਿਣਾ ਚਾਹੋਗੇ ਬਰਾੜ ਸਾਹਿਬ? देखो मैं एक गल कहां कि जिथे परिवार हुंदा है, परिवार दे विच माड़ियां मोटियां तलखियां नोकां चोकां भी आउंदियां, और जिस किस्म नाल साडा तां उल्टा परिवार दिनों दिन वध रिहा है। जे तुसीं किते मेरे नाल लाओ 2-3 दिन तो तुहानूं पता लगे कि किवें सैकड़े हज़ारां परिवार जिहड़े हर रोज़ जुड़ रहे हैं। और मैं तो एक स्ट्रैटजी थोड़ी जी चेंज कर ली, संदीप जी तुहानूं दस भी दिना है कि मैं तो ਜਿਹੜੇ ਬੰਦੇ ਜੁਆਇਨ ਕਰਦੇ ਆ ਜਿਹੜੇ ਬਹੁਤ ਹੀ ਜ਼ਿਆਦਾ ਕੌਨਫੀਡੈਂਸ ਨਾਲ ਆਪ ਦੀ ਆਪ ਕਹਿੰਦੇ ਆ ਸਾਡੀਆਂ ਫੋਟੋਆਂ ਪਾਓ, ਸਾਡਾ ਲਾਈਵ ਕਰੋ, ਉਹਨਾਂ ਬੰਦਿਆਂ ਦੀਆਂ ਅਸੀਂ ਫੋਟੋਆਂ ਪਾਉਣੇ ਆ ਜਾਂ ਜਿਹੜਾ ਹੈਗਾ ਉਹ ਖਬਰ ਬਣਾਉਣੇ ਆ। ਵਰਨਾ ਅਸੀਂ ਤਾਂ ਇਹ ਧਾਰ ਲਿਆ ਵੀ ਚੁੱਪ ਕਰਕੇ ਜਿੰਨੇ ਬੰਦੇ ਜੁਆਇਨ ਕਰਦੇ ਆ ਜੁਆਇਨ ਕਰਾਈ ਚੱਲੋ, ਔਰ ਇਹ ਨਹੀਂ ਤਾਂ ਇਹ ਬਾਅਦ 'ਚ ਫਿਰ ਟੈਲੀਫੋਨ ਕਰਦੇ ਆ, ਕਿਸੇ ਦੇ ਘਰੇ ਜਾ ਵੜਦੇ ਆ। ਹੁਣ ਇੱਕ ਐਮਐਲਏ ਦਾ ਮੁੰਡਾ ਜਾਂ ਐਮਐਲਏ ਖੁਦ ਚੱਲ ਜੇ ਤੇ ਕਈ ਵਾਰੀ ਸਧਾਰਨ ਪਰਿਵਾਰ ਜਿਹੜੇ ਉਹ ਵਿਚਾਰੇ ਕੁਝ ਬੋਲ ਨਹੀਂ ਸਕਦੇ। ਇਸ ਕਰਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪਰਿਵਾਰ ਜੁੜ ਰਹੇ ਆ। ਔਰ ਸੰਦੀਪ ਜੀ ਮੈਂ ਤੁਹਾਡੇ ਨਾਲ ਆਪਣੇ ਮਨ ਦੀ ਗੱਲ ਤੇ ਖੁਸ਼ੀ ਸਾਂਝੀ ਕਰਾਂ, ਜਿਹੜੀਆਂ ਵੀ ਇੰਟੈਲੀਜੈਂਸੀ ਦੀਆਂ ਰਿਪੋਰਟਾਂ, ਜਿਹੜੀਆਂ ਵੀ ਵੱਖ-ਵੱਖ ਸਰਵੇ ਰਿਪੋਰਟਾਂ, ਦੋਨੋਂ ਤਿੰਨੋਂ ਪਾਰਟੀਆਂ ਨਾਲੋਂ परमात्मा की मेहर नाल श्रोमणी अकाली दल बहुजन समाज पार्टी के वर्करां की मेहनत सदका असीं बहुत अगे लंघ चुके हैं। इस करके ये एवें किते ना किते कोई माड़ी मोटी लगती हुंदी है कि इत्थे सन लग सकती है, कोई माड़ा मोटा कि कई बारी आपसी वर्करां दा कोई मन मुटाव हुंदा है, उहदे एक दो जगह फायदे उठाउण की कोशिश जिहड़ी है वो एमएलए ने की है। और मैं तुहानूं एक दो एपीसोड ऐसे भी दस दिना कि कई बंदे तो अपने ही है
ਜਿਨ੍ਹਾਂ ਨੂੰ ਹੁਣ ਆਮ ਆਦਮੀ ਪਾਰਟੀ ਦੇ ਕਦੇ ਅਕਾਲੀ ਦਲ ਦੇ ਬਣਾ ਕੇ ਤੇ ਜੁਆਇਨ ਕਰਾ ਲੈਂਦਾ। ਪਰਸੋਂ ਇੱਕ ਪੰਚਾਇਤ ਗਈ ਤੇ ਉਹਦੇ ਵਿੱਚ ਇੱਕ ਮੁੰਡਾ ਸਾਡਾ ਜੁਆਇਨ ਸਾਡੇ ਨਾਲ ਕੀਤਾ ਸੀ ਆਮ ਆਦਮੀ ਪਾਰਟੀ ਤੋਂ, ਤੇ ਉਹ ਪੰਚਾਇਤ ਗਈ ਤੇ ਸਾਰਿਆਂ ਦੇ ਕਹਿੰਦੇ ਜੀ ਸਨਮਾਨ ਕਰਦੇ ਆ ਤੇ ਸਨਮਾਨ ਕਰਦਿਆਂ ਦੀ ਫੋਟੋ ਖਿੱਚ ਲਈ, ਬਾਅਦ ਚ ਲਿਖਤਾ ਜੀ ਆਮ ਆਦਮੀ ਪਾਰਟੀ ਤੋਂ ਸਾਰੇ ਜੁਆਇਨ ਕਰ ਗਏ। ਉਹ ਕੱਲ ਮੇਰੇ ਕੋਲੇ ਖੁਦ ਬ ਖੁਦ ਚੱਲ ਕੇ ਆਇਆ, ਹਾਲਾਂਕਿ ਮੈਂ ਤਾਂ ਉਹਨੂੰ ਫੋਨ ਵੀ ਨਹੀਂ ਕੀਤਾ, ਮੈਨੂੰ ਤਾਂ ਵਾਕਈ ਲੱਗਿਆ ਕਿ ਸ਼ਾਇਦ ਜੁਆਇਨ ਕਰ ਗਿਆ ਹੁਣ। ਉਹ ਕੱਲ ਆਇਆ ਕਹਿੰਦਾ ਜੀ ਅਸੀਂ ਤਾਂ ਕੋਈ ਮਾੜੀ ਦੇ ਜਿਹੜਾ ਸੀਗਾ ਇੱਕ ਸਾਂਝਾ ਕੰਮ ਉਹਦੇ ਚ ਪੰਚਾਇਤ ਨੂੰਮਾਂ ਦੇ ਗਏ ਸੀਗੇ ਵੀ ਤੁਸੀਂ ਸਰਪੰਚ ਆਹ ਨਹੀਂ ਕਰਦਾ ਜਾਂ ਨਹੀਂ ਕਰਦਾ ਤਾਂ ਉੱਥੇ ਕਹਿੰਦੇ ਸਾਨੂੰ ਸਨਮਾਨ ਕਰਨਾ ਤੇ ਬਾਅਦ ਚ ਬਣਾਤਾ ਵੀ ਜੁਆਇਨ ਕੀਤੀ ਹੈ। ਇਸ ਕਰਕੇ ਮੇਰਾ ਖਿਆਲ ਹੈ ਕਿ ਵਿਧਾਇਕ ਦੀ ਧਰਤੀ ਹੱਲ ਚੁੱਕੀ ਹੈ ਔਰ ਜਿਵੇਂ ਹਾਲਾਤ ਬਣੇ ਹੋਏ ਆ ਇਹਨਾਂ ਨੂੰ ਖੁਦ ਨੂੰ ਦਿਸਣ ਲੱਗ ਗਿਆ ਕਿ ਹਾਲਾਤ ਜਿਹੜੇ ਆ ਬਹੁਤ ਮਾੜੇ ਆ। ਇਸ ਕਰਕੇ ਇਹਨਾਂ ਸਾਰੇ ਹਾਲਾਤਾਂ ਕਰਕੇ ਲੋਕ ਜਿਹੜੇ ਨਾਲ ਜੁੜ ਰਹੇ। ਬਰਾੜ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਸਰਵੇ ਦੱਸ ਰਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਵਾਲੀ ਹੈ ਤੇ ਰਾਜਪੁਰੇ ਤੋਂ ਤੁਹਾਡਾ ਸਰਵੇ 'ਚ ਦਿਖਾਇਆ ਜਾ ਰਿਹਾ ਕਿ ਤੁਸੀਂ ਜਿਹੜੀ ਹੈ ਸੀਟ ਕੱਢ ਕੇ ਲੈ ਜਾ ਰਹੇ ਹੋ, ਤੇ ਕੀ ਬੁਖਲਾਹਟ ਕਹਿ ਸਕਦੇ ਹੋ ਉਸ ਨੂੰ ਕਿ ਕਿਹੜੀ ਟੀਮਾਂ ਇਹੋ ਜਿਹੀਆਂ ਲੱਗੀਆਂ ਹੋਈਆਂ ਜਿਹੜੀ ਪਹਿਲਾਂ ਤੁਹਾਡੇ ਬੰਦਿਆਂ ਨੂੰ ਲੈ ਕੇ ਜਾਂਦੀਆਂ ਫਿਰ ਤੁਸੀਂ ਜਾਂਦੇ ਹੋ ਤੇ ਉਹ ਬੜੇ ਸ਼ਰਮਿੰਦੇ ਹੁੰਦੇ ਆ ਕਿ ਸਾਡੇ ਨਾਲ ਇਸ ਤਰ੍ਹਾਂ ਹੋ ਗਿਆ, ਸਾਨੂੰ ਇਸ ਤਰ੍ਹਾਂ ਜਾਣਾ ਪੈ ਗਿਆ, ਬੜੇ ਵਾਅਦੇ ਵੀ ਕੀਤੇ ਜਾਂਦੇ ਆ, ਕਿਉਂ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ? ਮੈਂ ਸੰਦੀਪ ਜੀ ਇਹਨੂੰ ਨਾ ਇੱਕ ਗੱਲ ਕਹਾਂ ਕਿ ਮੈਂ ਭਾਵੇਂ ਜਿਹੜੇ ਗਏ ਸੱਜਣ ਹਲੇ ਵਾਪਸ ਵੀ ਨਹੀਂ ਆਏ, ਮੈਂ ਉਹਨਾਂ ਪ੍ਰਤੀ ਵੀ ਮੇਰੀ ਹਮਦਰਦੀ ਹੈ, ਉਹਨਾਂ ਦਾ ਕਸੂਰ ਨਹੀਂ ਕੋਈ। 35 ਸਾਲ ਸ਼੍ਰੋਮਣੀ ਅਕਾਲੀ ਦਲ ਇੱਥੇ ਜਿਹੜਾ ਹੈਗਾ ਉਹ ਬਾਹਰ ਰਿਹਾ, ਬੀਜੇਪੀ ਲੜਦੀ ਰਹੀ। ਔਰ ਜੇ ਮੈਂ 35 ਸਾਲ ਤੋਂ ਪਹਿਲਾਂ ਵਾਲਾ ਦੌਰ ਦੇਖਦਾ ਆਜ਼ਾਦੀ ਤੋਂ, ਤੇ ਉਹ 35 ਸਾਲਾਂ ਤੋਂ ਪਹਿਲਾਂ ਵਾਲਾ ਜਦੋਂ ਇੱਕ ਵਾਰੀ ਇੱਥੇ ਚੋਣ ਨਿਸ਼ਾਨ ਤੱਕੜੀ ਤੇ ਐਮਐਲਏ ਲੜਿਆ ਸੀ, ਆਜ਼ਾਦੀ ਤੋਂ ਬਾਅਦ ਤੇ ਹੁਣ ਤੱਕ ਸਿਆਸੀ ਜਿਹੜੀ ਪੇਂਦ ਚੜ੍ਹਨੀ ਚਾਹੀਦੀ ਸੀ ਇੱਥੇ ਸਾਡੇ ਵਰਕਰਾਂ ਨੂੰ, ਲੀਡਰਾਂ ਨੂੰ, ਸਿਆਸੀ ਜਿਹੜੀ ਪੁੱਠ ਚੜ੍ਹਨੀ ਚਾਹੀਦੀ ਸੀ, ਸਿਆਸੀ ਜਿਹੜੀ ਇੱਕ ਪਰਪੱਕਤਾ ਹੋਣੀ ਚਾਹੀਦੀ ਸੀ, ਉਹ ਹੈ ਨਹੀਂ। ਉਹਦਾ ਕਾਰਨ ਇਹ ਹੈ ਕਿ ਇੱਥੇ ਨਾ ਤਾਂ ਕੋਈ ਧੜੱਲੇ ਦਾ ਲੀਡਰ ਰਿਹਾ ਔਰ ਨਾ ਕਿਸੇ ਨੇ ਇਸ ਗੱਲ ਦਾ ਅਹਿਸਾਸ ਹੀ ਕਰਾਇਆ ਕਿ ਜੇ ਪਾਰਟੀ ਦੇ ਵਿੱਚ ਬੰਦੇ ਕੋਲੇ ਅਹੁਦੇਦਾਰੀ ਹੈ ਤੇ ਉਹ ਕਿੱਡੀ ਵੱਡੀ ਚੀਜ਼ ਹੈ। ਇਹ ਇੱਥੇ ਅਹੁਦੇਦਾਰੀਆਂ ਤੁਸੀਂ ਹੈਰਾਨ ਹੋ ਜਾਓਗੇ, ਸਾਰੇ ਪੰਜਾਬ 'ਚ ਸਾਡੇ ਨਾਲ ਲੋਕ ਲੜਦੇ ਆ ਕਿ ਮੈਨੂੰ ਆਹ ਅਹੁਦੇਦਾਰੀ ਦਿਓ, ਆਹ ਅਹੁਦੇਦਾਰੀ ਦਿਓ। ਇਹ ਇੱਕ ਪਹਿਲਾ ਹਲਕਾ ਦੇਖਿਆ ਜਿਵੇਂ ਕਿਸੇ ਨੂੰ ਕਹਿੰਦੇ ਵੀ ਆ ਜਾ ਤੈਨੂੰ ਫਲਾਣੇ ਅਹੁਦੇਦਾਰੀ ਦੇ ਕੇ ਕੰਮ ਲਾਉਣਾ, ਕਹਿੰਦਾ ਜੀ ਕਿਸੇ ਹੋਰ ਨੂੰ ਦੇ ਦਿਓ। ਉਹਦਾ ਕਾਰਨ ਇੱਕ ਹੈ ਕਿ ਇੱਥੇ ਮੈਂ ਇਹ ਸਮਝਦਾ ਕਿ ਜਿੱਡੀਆਂ ਵੱਡੀਆਂ ਅਹੁਦੇਦਾਰੀਆਂ ਦਿੱਤੀਆਂ ਜਾਂਦੀਆਂ ਜਾਂ ਮਿਲੀਆਂ ਉਹਨਾਂ ਦੀ ਅਹਿਮੀਅਤ ਦਾ ਹੀ ਨਹੀਂ ਪਤਾ। 20-20 ਸਾਲ ਦੀ ਕਸਾਈ ਹੋ ਜਾਂਦੀ ਹੈ ਇੱਕ ਸਰਕਲ ਪ੍ਰਧਾਨ ਬਣਨ ਤੇ ਜਿਹੜੇ ਅਮਰਜੀਤ ਸਿੰਘ ਲਿੰਕਨ ਗਏ ਆ ਸਾਡੇ ਚੋਂ, ਉਹ ਹਲਕੇ ਦਾ ਪ੍ਰਧਾਨ ਸੀ, ਉਹਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਮੇਰੇ ਕੋਲੇ ਕਿੱਡੀ ਵੱਡੀ ਜ਼ਿੰਮੇਵਾਰੀ ਹੈ। ਔਰ ਦੂਸਰਾ ਜੇ ਮੈਂ ਕਹਾਂ ਕਿ ਨਾਰਾਜ਼ਗੀ ਕਿਸ ਗੱਲ ਤੋਂ ਹੋਈ, ਲੈ ਤੁਸੀਂ ਮੈਂ ਤੁਹਾਨੂੰ ਗੱਲ ਖੋਲ੍ਹ ਦਿੰਦਾ, ਉਹਨਾਂ ਨੇ ਇੱਕ ਨੀਂਹ ਪੱਥਰ ਐਮਐਲਏ ਨੇ ਰੱਖਿਆ ਕਿ ਮੈਂ ਇਹ ਰਾਮਗੜੀਆ ਸ਼ਾਇਦ ਮਾਰਗ ਬਣਾਉਣਾ ਹੈ। ਮੈਂ ਉਹਦਾ ਪਤਾ ਕੀਤਾ ਵੀ ਕੋਈ ਟੈਂਡਰ ਲੱਗਿਆ, ਕੋਈ ਉਹਦੇ 'ਚ ਮਿਊਨਿਸਪੈਲਿਟੀ 'ਚ ਮਤਾ ਪਾਸ ਹੋਇਆ, ਮਤਾ ਕਿਤੇ ਪਹਿਲਾਂ ਪਾਸ ਹੋਇਆ ਸੀ, ਨਾ ਕੋਈ ਟੈਂਡਰ ਲੱਗਿਆ ਨਾ ਕੋਈ ਪੈਸੇ ਹੈਗੇ ਆ। ਤੇ ਮੈਂ ਕੁਦਰਤੀ ਉਹਨੂੰ ਹੱਥ ਜੋੜ ਕੇ ਬੇਨਤੀ ਕਰ ਬੈਠਾ, ਮੈਂ ਕਿਹਾ ਯਾਰ ਤੂੰ ਮੇਰੇ ਹਲਕੇ ਦਾ ਪ੍ਰਧਾਨ ਹੈ ਤੇ ਜੇ ਤੂੰ ਮੇਰੇ ਹਲਕੇ ਦਾ ਪ੍ਰਧਾਨ ਕਾਂਗਰਸ ਪਾਰਟੀ ਦੇ ਐਮਐਲਏ ਨਾਲ ਫੋਟੋ ਖਿਚਾਊਗਾ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਤੇ ਮੇਰਾ ਇਹਦੇ ਨਾਲ ਨੁਕਸਾਨ ਹੁੰਦਾ ਹੈ। ਜਿਹੜੀ ਪਿੱਛੇ ਹੋ ਗਈ ਅੱਗੇ ਤੋਂ ਫੋਟੋ ਨਾ ਖਿਚਾਈ। ਹੁਣ ਇਹ ਜੇ ਉਹ ਹਲਕੇ ਦਾ ਪ੍ਰਧਾਨ ਹੈ ਸਾਡੀ ਪਾਰਟੀ ਦੇ BC ਵਿੰਗ ਦਾ, ਤੇ ਜੇ ਮੈਂ ਉਹਨੂੰ ਕਹਿਤਾ ਵੀ ਤੂੰ ਇਹਦੀ ਕਾਂਗਰਸੀ ਐਮਐਲਏ ਨਾਲ ਫੋਟੋ ਨਹੀਂ ਆਉਣੀ ਚਾਹੀਦੀ, ਇਹ ਕੋਈ ਗੁਨਾਹ ਹੈ ਮੇਰਾ? ਉਹਨੂੰ ਇਹ ਗੱਲ ਸਮਝ ਆਉਣ ਦੀ ਬਜਾਏ ਕਿ ਮੇਰੇ ਕੋਲੇ ਪਾਰਟੀ ਦੀ ਕਿੱਡੀ ਵੱਡੀ ਜ਼ਿੰਮੇਵਾਰੀ ਹੈ, ਮੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ, ਉਲਟਾ ਇਸ ਗੱਲ ਦਾ ਰੋਸਾ ਬਣਾ ਲਿਆ ਕਿ ਮੇਰੇ ਫਲਾਣੇ ਜਿਹੜਾ ਮੇਰਾ ਧੜੇ ਦਾ ਵਿਰੋਧੀ ਬੰਦਾ ਸ਼ਾਇਦ ਉਹਨੇ ਉਂਗਲ ਲਾਈ ਹੈ। ਮਤਲਬ ਇਹ ਹੈ ਕੁਦਰਤੀ ਗੱਲ ਹੈ ਕਿ ਐਮਐਲਏ ਨੂੰ ਜਦੋਂ ਫੋਟੋ ਉਹਦੀ ਲੱਭੀ ਸੀ ਉਹਨੇ ਨਾਲ ਦੀ ਨਾਲ ਫੇਸਬੁੱਕ ਤੇ ਪਾਤੀ ਸੀਗੀ ਤੇ ਫੇਸਬੁੱਕ ਤੇ ਪਾਉਣ ਕਰਕੇ ਸਾਰਾ, ਇਸ ਕਰਕੇ ਮੈਂ ਇਹ ਇੰਨੀ ਲੰਮੀ ਗੱਲ ਤੁਹਾਨੂੰ ਤਾਂ ਸੁਣਾਈ ਹੈ ਕਿ ਅਹੁਦੇਦਾਰੀਆਂ ਦਾ ਮੈਂ ਸਮਝਦਾ ਕਿ ਇਸ ਹਲਕੇ ਦੇ ਵਿੱਚ ਸਿਆਸੀ ਧੜੱਲੇਦਾਰੀ ਲੀਡਰ ਦੀ ਸਰਪ੍ਰਸਤੀ ਤੋਂ ਬਿਨਾਂ ਕਿਸੇ ਨੂੰ ਅਹਿਸਾਸ ਹੀ ਨਹੀਂ ਵੀ ਅਹੁਦੇਦਾਰੀ ਦਾ ਕਿੰਨਾ ਵੱਡਾ ਮੁੱਲ ਹੁੰਦਾ ਔਰ ਕਿਸ ਕਿਸਮ ਦਾ ਹੁੰਦਾ। ਇਸ ਕਰਕੇ ਦੋ ਵਰਕਰਾਂ ਦੀ ਆਪਸ 'ਚ ਲੜਾਈ ਹੁੰਦੀ ਹੈ, ਦੋ ਵਰਕਰਾਂ ਦੀ ਆਪਸ 'ਚ ਨੋਕ ਝੋਕ ਹੁੰਦੀ ਹੈ, ਉਹ ਫਿਰ ਕਈ ਵਾਰੀ ਉਹ ਆਪਸੀ ਹੋ ਜਾਂਦਾ। ਮੇਰਾ ਤੁਹਾਨੂੰ ਇੱਕ ਆਖਰੀ ਸਵਾਲ ਹੈ, ਇਸੀ ਜਗ੍ਹਾ ਤੇ ਅਸੀਂ ਨਿਤਨ ਰੇਖੀ ਦੀ ਜਿਹੜੀ ਹੈ ਇੱਕ ਬਾਈਟ ਕੀਤੀ ਸੀ ਤੁਹਾਡੇ ਨਾਲ ਖੜ ਕੇ, ਉਸ ਤੋਂ ਬਾਅਦ ਉਸ ਬਾਈਟ ਤੋਂ ਬਾਅਦ ਇੰਨਾ ਕੁ ਉਸ 'ਤੇ ਪ੍ਰੈਸ਼ਰ ਪਿਆ ਕਿ ਉਹ ਰਾਤ ਨੂੰ ਦੁਬਾਰਾ ਤੋਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ। ਇਸ ਤਰ੍ਹਾਂ ਦਾ ਨਹੀਂ ਹੋਏਗਾ ਕਿ ਸਿਮਰਨਜੀਤ ਸਿੰਘ ਸਲੈਸ਼ ਹੁਣ ਸਾਡੇ ਨਾਲ ਖੜੇ ਆ, ਇਸ ਖਬਰ ਤੋਂ ਬਾਅਦ ਕਿਤੇ ਇਹਨਾਂ ਤੇ ਕੋਈ ਜ਼ਿਆਦਾ ਪ੍ਰੈਸ਼ਰ? ਮੈਂ ਇੱਕ ਬੇਨਤੀ ਕਰਾਂ ਕਿ ਇਹ ਪਰਿਵਾਰ ਟਕਸਾਲੀ ਪਰਿਵਾਰ ਹੈ ਔਰ ਮੈਂ ਤੁਹਾਡੇ ਸਾਹਮਣੇ ਹੀ ਪੁੱਛ ਲੈਣਾ, ਤੁਸੀਂ ਵੀ ਪੁੱਛ ਲਿਓ ਵੀ ਕੋਈ ਭਾਈ ਮੈਂ ਤਾਂ ਪ੍ਰੈਸ਼ਰ ਨਹੀਂ ਪਾਉਂਦਾ। ਔਰ ਨਿਤਨ ਦੇ ਜਾਣ ਤੋਂ ਬਾਅਦ ਉਹਦੀ ਮਾਂ ਤੇ ਉਹਦੇ ਘਰ ਵਾਲੀ ਨੇ ਕਿਹਾ ਕਿ ਜਦੋਂ ਆਊਗਾ ਮੈਂ ਤੁਹਾਨੂੰ ਦੱਸਾਂਗੇ, ਇਹਨੂੰ ਫੇਰ ਲੈ ਕੇ ਜਾਓ। ਮੈਂ ਉਹਨਾਂ ਨੂੰ ਹੱਥ ਜੋੜੇ
ਕਿ ਇਸ ਲੜਾਈ 'ਚ ਮੈਂ ਨਹੀਂ ਪੈਣਾ ਚਾਹੁੰਦਾ। ਕਈ ਵਾਰੀ ਕੋਈ ਬੱਚੇ ਪ੍ਰੈਸ਼ਰ 'ਚ ਆ ਕੇ ਨੁਕਸਾਨ ਆ ਜਾਂਦੇ ਆ। ਉਹਦਾ ਤਾਇਆ ਜਿਹੜਾ ਕਾਂਗਰਸੀ ਸੀਗਾ ਉਹਨੂੰ ਗਾਲਾਂ ਕੱਢਦਾ ਸੀ ਵੀ ਤੂੰ ਵਾਪਸ ਕਿਉਂ ਜਾਂਦਾ ਹੈ, ਤੇ ਐਵੇਂ ਬੱਚਾ ਕਈ ਵਾਰੀ ਪ੍ਰੈਸ਼ਰ 'ਚ ਆ ਜਾਏ, ਕੋਈ ਨੁਕਸਾਨ ਹੋ ਜਾਏ। ਸਾਡੀ ਤਾਂ ਅੱਜ ਵੀ ਹਮਦਰਦੀ ਹੈ ਉੱਥੇ। ਸਾਡੀਆਂ ਸ਼ੁਭ ਇਛਾਵਾਂ ਜਿੰਨੀ ਮਰਜ਼ੀ ਤਰੱਕੀ ਕਰੇ, ਸਾਨੂੰ ਕੋਈ ਮੈਂ ਕਹਿਣਾ ਮੈਨੂੰ ਇਹਨਾਂ ਗੱਲਾਂ ਨਾਲ ਵੋਟਾਂ ਨਾਲ ਨਹੀਂ ਫਰਕ ਪੈਂਦਾ ਹੁੰਦਾ। ਮੈਂ ਤੁਹਾਨੂੰ ਇਹ ਜਿਹੜੇ ਇਸ ਕਿਸਮ ਦੇ ਜੇ 3 ਵਾਰੀ ਮੇਰੇ ਵੱਲ ਆ ਗਿਆ, 3 ਵਾਰੀ ਉੱਧਰ ਜਾ ਗਿਆ, ਕੋਈ ਲੋਕਾਂ 'ਚ ਵੋਟਾਂ ਦਾ ਅਸਰ ਪੈਂਦਾ? ਉਹਨੇ ਆਪਦੀ ਇੱਜ਼ਤ ਘਟਾਈ ਹੈ, ਜਿੱਥੇ ਪਾਰਟੀ ਦੀ ਘਟਦੀ ਹੈ ਉੱਥੇ ਆਪਦੀ ਵੀ ਘਟਾਈ ਹੈ। ਇਸ ਕਰਕੇ ਮੈਂ ਤਾਂ ਕੱਲੇ ਵੋਟਰ ਦੇ ਪੈਰੀਂ ਹੱਥ ਲਾ ਕੇ, ਅਸੀਂ ਸਾਰੇ ਪਰਿਵਾਰ ਦੇ 15-20 ਟੋਲੀਆਂ ਸਵੇਰ ਤੋਂ ਨਿਕਲਦੇ ਹਾਂ ਤੇ ਜਿਹੜੇ ਵੋਟਰਾਂ ਦੇ ਪੈਰੀਂ ਹੱਥ ਲਾ ਕੇ ਕੱਲੇ ਵੋਟਰ ਤੱਕ ਵੀ ਪਹੁੰਚ ਕਰਦੇ ਹਾਂ। ਜੇ ਕੋਈ ਲੀਡਰ ਵਰਕਰ ਸਾਡਾ ਟੁੱਟਦਾ, ਸਾਨੂੰ ਇੱਥੇ ਦਰਦ ਹੁੰਦਾ ਹੈ। ਇਹਨਾਂ ਦੇ ਜਾਣ ਦਾ ਮੈਨੂੰ ਬਹੁਤ ਦਰਦ ਹੈ, ਔਰ ਮੈਂ ਪਰਮਾਤਮਾ ਤੋਂ ਡਰ ਕੇ ਕਹਿਣਾ ਇਲੈਕਸ਼ਨ ਤੋਂ ਪਹਿਲਾਂ ਕੋਸ਼ਿਸ਼ ਕਰੂੰਗਾ, ਜੇ ਨਾ ਵੀ ਹੋਇਆ ਤੇ ਤਾਂ ਵੀ ਮੈਂ ਇਹਨਾਂ ਨੂੰ ਵਿਨ ਓਵਰ ਕਰਕੇ ਇਲੈਕਸ਼ਨ ਤੋਂ ਬਾਅਦ ਲੈ ਕੇ ਆਉਂਗਾ। ਮੈਂ ਆਪਦਾ ਬੰਦਾ ਕੋਈ ਖੱਬੇ ਸੱਜੇ ਜਾਣ ਨਹੀਂ ਦੇਣਾ, ਰਹਿਣ ਨਹੀਂ ਦੇਣਾ। ਇਹ ਮੇਰੀ ਬੇਨਤੀ ਹੈ, ਮੇਰੇ ਦਿਲ 'ਚ ਉਹਨਾਂ ਦੇ ਪ੍ਰਤੀ ਉਹੀ ਥਾਂ ਹੈ। ਤੁਹਾਨੂੰ ਇਹ ਸੀਗੇ ਚਰਨਜੀਤ ਸਿੰਘ ਬਰਾੜ ਅਕਾਲੀ ਦਲ ਦੇ ਉਮੀਦਵਾਰ ਹੈਗੇ। ਇਹਨਾਂ ਦਾ ਕਹਿਣਾ ਇਹ ਹੈ ਕਿ ਜੋ ਸਾਡੇ ਤੋਂ ਨਾਰਾਜ਼ ਹੋ ਕੇ ਵੀ ਕਾਂਗਰਸ ਪਾਰਟੀ ਦੇ ਵਿੱਚ ਗਏ ਆ, ਚਾਹੇ ਉਹ ਜਿੱਤਣ ਚਾਹੇ ਉਹ ਪਹਿਲਾਂ ਲੈ ਕੇ ਆਣ, ਉਹ ਉਹਨਾਂ ਨੂੰ ਦੁਬਾਰਾ ਲੈ ਕੇ ਆਣਗੇ ਆਪਣੀ ਪਾਰਟੀ ਦੇ। ਜੇ ਉਹਨਾਂ ਦਾ ਪਰਿਵਾਰ ਹੈਗਾ, ਕੋਈ ਗੱਲਾਂ ਹੋ ਜਾਂਦੀਆਂ। ਤੇ ਸਾਡੇ ਨਾਲ ਸਿਮਰਨਜੀਤ ਸਿੰਘ ਸਲੈਸ਼ ਇਸ ਟਾਈਮ ਮੌਜੂਦ ਹੈ। ਇਹ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨਾਂ 'ਚ ਕਾਂਗਰਸ ਦੇ ਵੀ ਸ਼ਾਮਲ ਹੋਏ ਸੀ ਤੇ ਅੱਜ ਚਰਨਜੀਤ ਸਿੰਘ ਬਰਾੜ ਦੇ ਨਾਲ ਉਰੇ ਮੌਜੂਦ ਹੈ। ਆਪਾਂ ਇਹਨਾਂ ਨੂੰ ਗੱਲ ਪੁੱਛ ਲੈਂਦੇ ਹਾਂ ਜੋ ਬਰਾੜ ਸਾਹਿਬ ਨੇ ਵੀ, ਆਪਾਂ ਬਰਾੜ ਸਾਹਿਬ ਨੂੰ ਵੀ ਪੁੱਛੀ ਹੈ ਕਿ ਕੋਈ ਇਹੋ ਜਿਹਾ ਪ੍ਰੈਸ਼ਰ ਨਾ ਪੈ ਜਾਵੇ ਕਿ ਇਹ ਅੱਜ ਸ਼ਾਮ ਨੂੰ ਹੀ ਦੁਬਾਰਾ ਕਾਂਗਰਸ ਪਾਰਟੀ ਦੇ ਵੀ ਸ਼ਾਮਲ ਹੋ ਜਾਣ। ਕੀ ਕਹਿਣਾ ਬੇਨਤੀ ਕਰਦੇ ਆ, ਇਹ ਉਸੇ ਸ਼ਾਮ ਨੂੰ ਹੀ ਸਾਡੀਆਂ ਬੈਠ ਕੇ ਪਰਿਵਾਰ 'ਚ ਗਲਤਫਹਿਮੀਆਂ ਦੂਰ ਹੋ ਗਈਆਂ ਸੀ। ਮਤਲਬ ਇਹ ਕੋਈ ਇਹ ਤਾਂ ਮਤਲਬ ਚੰਦ ਘੰਟਿਆਂ ਦਾ ਹੀ ਐਪੀਸੋਡ ਸੀਗਾ ਜਿਹੜਾ ਸੀਗਾ। ਕੀ ਕਹਿਣਾ ਚਾਹੋਗੇ ਸਲੈਸ਼ ਸਾਹਿਬ ਤੁਸੀਂ? ਦੇਖੋ, ਪਹਿਲਾਂ ਤਾਂ ਮੈਂ ਸਰਦਾਰ ਬਰਾੜ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਬਖਸ਼ਿਆ, ਸਾਡੇ ਪਰਿਵਾਰ ਨੂੰ ਇੰਨਾ ਪਿਆਰ ਬਖਸ਼ਿਆ। ਇੱਕ ਪਰਿਵਾਰ ਦੀ ਤਰ੍ਹਾਂ ਘਰ 'ਚ ਬੈਠ ਕੇ ਜਿਹੜੀਆਂ ਵੀ ਸਾਡੇ ਮਨਮੁਟਾਵ ਸੀਗੇ, ਛੋਟੀਆਂ-ਮੋਟੀਆਂ ਗਲਤਫਹਿਮੀਆਂ ਸੀਗੀਆਂ, ਸਾਰੀਆਂ ਦੂਰ ਹੋਈਆਂ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਪ੍ਰੈਸ਼ਰ ਦੀ, ਨਾ ਤਾਂ ਅੱਜ ਤੋਂ ਇੰਨੇ ਸਾਲ ਹੋ ਗਏ, ਸਾਡੇ ਦਾਦੇ ਪੜਦਾਦਿਆਂ ਤੋਂ ਲੈ ਕੇ ਅਕਾਲੀ ਦਲ ਦੇ ਵਿੱਚ ਕੰਮ ਕਰਦੇ ਆ ਰਹੇ ਆ, ਅੱਜ ਤੱਕ ਕੋਈ ਪ੍ਰੈਸ਼ਰ ਨਹੀਂ ਸੀ ਆ। ਤੇ ਹੁਣ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਜਿੱਥੇ ਖੜੇ ਆ ਡਟ ਕੇ ਖੜੇ ਆ, ਬਾਈ ਜੀ ਨਾਲ ਸ਼ੁਰੂ ਤੋਂ ਚੱਲ ਰਹੇ ਆ। ਛੋਟੀਆਂ-ਮੋਟੀਆਂ ਗਲਤਫਹਿਮੀਆਂ ਸੀਗੀਆਂ, ਗਲਤ ਬੰਦਿਆਂ ਦੀ ਸਲਾਹ ਦੇ ਨਾਲ ਇਹੋ ਜਿਹਾ ਗਲਤ ਕੰਮ ਹੋ ਗਿਆ, ਨਹੀਂ ਤਾਂ ਇਸ ਬਾਰੇ ਤਾਂ ਸਾਡਾ ਪਰਿਵਾਰ ਕਦੀ ਸੋਚ ਵੀ ਨਹੀਂ ਸਕਦਾ। ਮਤਲਬ ਪਹਿਲਾਂ ਕਿਹੜੇ ਇੰਨੇ ਪ੍ਰੈਸ਼ਰ ਪੈ ਗਏ ਸੀਗੇ ਕਿ ਪਹਿਲਾਂ ਸੋਚਣਾ ਪੈ ਗਿਆ ਕਿ ਆਪਾਂ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ? ਦੇਖੋ, ਇੱਕ ਟੀਮ ਹੁੰਦੀ ਹੈ, ਇੱਕ ਯਾਰ ਦੋਸਤ ਹੁੰਦੇ ਨੇ, ਮਿੱਤਰ ਹੁੰਦੇ ਨੇ। ਜਦੋਂ ਉਹ ਸਾਰੇ ਇੱਕ ਪਾਰਟੀ 'ਚ ਕੰਮ ਕਰ ਰਹੇ ਹੋਣ ਤੇ ਕੁਝ ਗਲਤਫਹਿਮੀਆਂ ਕਰਕੇ ਉੱਧਰ ਚਲੇ ਜਾਣ, ਉਹਨਾਂ ਦਾ ਪ੍ਰੈਸ਼ਰ ਪੈ ਜਾਣਾ, ਆ ਕੇ ਬਹਿ ਜਾਣਾ ਵੀ ਹਾਂਜੀ ਤੁਹਾਨੂੰ ਵੀ ਨਾਲ ਲੈ ਕੇ ਜਾਣਾ ਹੈ। ਅਸੀਂ ਜਿਨ੍ਹਾਂ ਨਾਲ ਅਸੀਂ ਇੰਨੇ ਲੰਬੇ ਸਮੇਂ ਤੋਂ ਵਿਚਰ ਰਹੇ ਹਾਂ, ਇਕੱਠੇ ਬਹਿ ਰਹੇ ਹਾਂ, ਖਾ ਰਹੇ ਹਾਂ, ਪੀ ਰਹੇ ਹਾਂ, ਇਹ ਉਹ ਗੱਲਾਂ ਹੋ ਜਾਂਦੀਆਂ। ਉਹਨਾਂ ਦਾ ਥੋੜ੍ਹਾ ਜਿਹਾ ਮਾਈਂਡ 'ਤੇ ਉਹ ਹੋ ਗਿਆ ਸੀਗਾ। ਸਲੈਸ਼ ਸਾਹਿਬ, ਤੁਹਾਡੇ ਵੱਲੋਂ ਨਾ ਐਮਐਲਏ ਸਾਹਿਬ ਦੀ ਤਾਰੀਫ ਦੇ ਵਿੱਚ ਕਾਫੀ ਲੰਬੇ ਪੁੱਲ ਬੰਨੇ ਗਏ ਸੀਗੇ, ਉਹ ਤੁਹਾਡੇ ਤੋਂ ਬੁਲਵਾਇਆ ਗਿਆ ਸੀ ਜਾਂ ਤੁਸੀਂ ਆਪ ਪ੍ਰਭਾਵਿਤ ਉਹਨਾਂ ਦੇ ਕੰਮਾਂ? ਦੇਖੋ, ਐਦਾਂ ਲੰਬੇ ਪੁੱਲ ਤਾਂ ਕਹਿਣ ਦੀਆਂ ਗੱਲਾਂ ਨੇ। ਤੁਸੀਂ ਮੇਰੀ ਵੀਡੀਓ ਕੱਢ ਕੇ ਦੇਖ ਲਓ ਜੇ ਮੈਂ ਕੋਈ ਐਦਾਂ ਦੀ ਗੱਲ ਕਹੀ ਹੋਵੇ, ਠੀਕ ਹੈ। ਮੈਨੂੰ ਉੱਥੇ ਇੱਕ ਪੱਤਰਕਾਰ ਨੇ ਸਵਾਲ ਵੀ ਪੁੱਛਿਆ ਬਈ ਐਦਾਂ ਵਿਕਾਸ ਦੀ ਆਹ ਗੱਲ ਉਹ ਗੱਲ, ਪਰ ਮੈਂ ਇਸ ਤਰ੍ਹਾਂ ਦਾ ਕੋਈ ਵੀ ਗਲਤ ਬਿਆਨਬਾਜ਼ੀ ਜਾਂ ਇਸ ਚੀਜ਼ ਬਾਰੇ ਕੋਈ ਵੀ ਐਦਾਂ ਦਾ ਵੀ ਹੁਣ ਆਪਣਾ ਜਿਹੜਾ ਸਟੈਂਡ ਹੈ ਉਹ ਪੱਕਾ? ਬਿਲਕੁਲ ਪੱਕਾ ਹੈ ਜੀ, 100% ਪੱਕਾ ਹੈ ਵੀ ਇੱਥੇ ਬਾਈ ਜੀ ਨਾਲ ਡਟ ਕੇ ਖੜੇ ਆ ਔਰ ਖੜੇ ਰਹਾਂਗੇ। ਠੀਕ ਹੈ, ਕਦੀ ਵੀ ਨਹੀਂ ਇਸ ਬਾਰੇ ਨਾ ਸੋਚਾਂਗੇ ਨਾ ਸੋਚਣਾ। ਠੀਕ ਹੈ, ਧੰਨਵਾਦ ਜੀ। ਇਹ ਸੀਗੇ ਸਿਮਰਨਜੀਤ ਸਿੰਘ ਸਲੈਸ਼ ਤੇ ਬਰਾੜ ਸਾਹਿਬ ਨਾਲ, ਅਕਾਲੀ ਦਲ ਦੇ ਉਮੀਦਵਾਰ, ਉਹਨਾਂ ਨਾਲ ਤੁਹਾਡੀ ਗੱਲ ਕਰਾਈ ਹੈ। ਤੇ ਕਿਤੇ ਨਾ ਕਿਤੇ ਸਿਮਰਨਜੀਤ ਸਿੰਘ ਸਲੈਸ਼ ਦੇ ਵਾਪਸ ਅਕਾਲੀ ਦਲ ਦੇ ਵਿੱਚ ਆਉਣ ਨਾਲ ਬਰਾੜ ਸਾਹਿਬ ਨੂੰ ਬੜਾ ਹੌਸਲਾ ਤੇ ਬੜਾ ਚੋਣਾਂ ਦੇ ਵਿੱਚ ਇੱਕ ਵੱਡੀ ਤਾਕਤ ਜਿਹੜੀ ਹੈ ਮਿਲੀ ਆ। ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਬਰਾੜ ਸਾਹਿਬ ਨੂੰ ਇਹ ਤਾਕਤ ਕਿੰਨੀ ਕੁ ਵੋਟਾਂ ਪਵਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ। ਕੈਮਰਾਮੈਨ ਲਲਿਤ ਕੁਮਾਰ ਦੇ ਨਾਲ ਮੀਡੀਆ ਪਰਸਨ ਸੰਦੀਪ ਚੌਧਰੀ, ਨਿਊਜ਼ 89 ਪੰਜਾਬ।